बिस्मिल्लाहिर्रहमानिर्रहीम। मैं अरशद लोधी ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਅਰਸ਼ਦ ਲੋधी ਵਲੌਗ। ਦੋਸਤੋ, ਇਹ ਉਹੀ ਚੈਨਲ ਹੈ ਜਿਹਦਾ ਨਾਂ ਅਰਸ਼ਦ ਲੋधी ਕੰਮ ਦੀਆਂ ਗੱਲਾਂ ਸੀ। ਥੋੜ੍ਹਾ ਜਿਹਾ ਤਬਦੀਲ ਕਰ ਲਿਆ। ਮੈਂ ਕਿਹਾ ਯਾਰ ਅਰਸ਼ਦ ਲੋधी ਵਲੌਗ ਕਰ ਲਈਏ। ਲਓ, ਤੁਹਾਨੂੰ ਅੱਜ ਇੱਕ ਫਰਾਡੀਏ ਦੀ ਗੱਲ ਸੁਣਾਈਏ ਕਿ ਦੁਨੀਆ 'ਤੇ ਰਹਿੰਦੇ ਹੋਇਆ ਚੁੱਕੇ ਬਹੁਤ ਸਾਰੇ ਦੋਸਤਾਂ ਨਾਲ ਫਰਾਡ ਹੁੰਦੇ ਨੇ। ਅਤੇ ਗੱਲ ਸੁਣਾਉਣ ਦਾ ਮਕਸਦ ਸਿਰਫ ਇਹ ਹੁੰਦਾ ਕਿ ਯਾਰ ਤੁਸੀਂ ਗੱਲ ਸੁਣ ਲਓਗੇ ਅਤੇ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਜਿਹੜੀ ਹੈ ਨਾ ਨਕਸ਼ ਹੋ ਜਾਏਗੀ ਅਤੇ ਤੁਸੀਂ ਕਿਸੇ ਵੀ ਫਰਾਡ ਤੋਂ ਜਿਹੜਾ ਨਾ ਉਹ ਬਚ ਜਾਓ। ਠੀਕ ਹੈ ਜੀ। ਇਸ ਵਾਸਤੇ ਗੱਲਾਂ ਸੁਣਾਉਂਦੇ ਰਹੀਦਾ ਕਿ ਯਾਰ ਤਾਂ ਕਿ ਕੋਈ ਦੋਸਤ ਜਿਹੜਾ ਉਹਦੇ ਨਾਲ ਫਰਾਡ ਨਾ ਹੋ ਸਕੇ, ਉਹ ਪਰੇਸ਼ਾਨ ਨਾ ਹੋਵੇ। ਅਤੇ ਮੈਂ ਤੁਹਾਨੂੰ ਇੱਕ ਬੜੀ ਪਾਕਿਸਤਾਨ ਦੇ ਵਿੱਚ ਮਜ਼ਬੂਤ ਕਿਸਮ ਦਾ ਇਹ ਗਰੋਹ ਹੈ ਜਿਨ੍ਹਾਂ ਦੇ ਫਰਾਡ ਦੇ ਤਰੀਕੇਕਾਰ ਦੱਸਣ ਲੱਗਾ ਅਤੇ ਉਹ ਕਿਸ ਤਰ੍ਹਾਂ ਫਰਾਡ ਕਰਦੇ ਨੇ। ਔਰ ਬਹੁਤ ਸਾਰੇ ਜਿਹੜੇ ਸਫੇਦ ਪੋਸ਼ ਲੋਕ ਹੁੰਦੇ ਨੇ, ਜਿਹੜੇ ਵਿਚਾਰੇ ਸਾਦਾ ਲੋਕ ਹੁੰਦੇ ਨੇ, ਉਹਨਾਂ ਦੇ ਫਰਾਡ 'ਚ ਆ ਜਾਂਦੇ ਨੇ। ਅਤੇ ਗੱਲ ਤੁਸੀਂ ਸੁਣ ਲਓਗੇ ਤਾਂ ਇਨਸ਼ਾ ਅੱਲਾਹ ਤਾਲਾ ਮੈਨੂੰ ਯਕੀਨ ਹੈ ਕਿ ਤੁਸੀਂ ਕਦੀ ਵੀ ਉਹਨਾਂ ਦੇ ਫਰਾਡ 'ਚ ਨਹੀਂ ਆਓਗੇ। ਦੋਸਤੋ, ਇੱਕ ਸਾਹਿਬ ਸਨ, ਇਹ ਅੱਜ ਤੋਂ ਕੋਈ 15 ਸਾਲ ਪੁਰਾਣੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ। ਲੇਕਿਨ ਤਰੀਕਾ ਵਾਰਦਾਤ ਉਹਨਾਂ ਦਾ ਕੀ ਹੁੰਦਾ ਹੈ ਉਹ ਤੁਹਾਨੂੰ ਸਮਝ ਆ ਜਾਏਗੀ। ਸੁਣੋਗੇ ਤੁਹਾਨੂੰ ਸਮਝ ਆ ਜਾਏਗੀ ਕਿ ਕਿਸ ਤਰ੍ਹਾਂ ਤੁਸੀਂ ਕਰੋੜਾਂ ਰੁਪਏ ਆਪਣੇ ਮਹਿਫੂਜ਼ ਕਰ ਸਕਦੇ ਹੋ। ਪ੍ਰੋਫੈਸਰ ਸਨ GC ਕਾਲਜ ਦੇ। ਬੇਗਮ ਉਹਨਾਂ ਦੀ ਫੌਤ ਹੋ ਗਈ। ਬੱਚੇ ਮਾਸ਼ਾਅੱਲਾ ਜਵਾਨ ਸਨ। 2 ਬੇਟੇ ਉਹਨਾਂ ਦੀ ਸ਼ਾਦੀ ਕਰ ਦਿੱਤੀ, ਬੱਚੀ ਦੀ ਸ਼ਾਦੀ ਕਰ ਦਿੱਤੀ। ਉਹਨਾਂ ਨੇ ਸੋਚਿਆ ਕਿ ਯਾਰ ਮੈਂ ਚੂੰਕਿ ਹੁਣ ਰਿਟਾਇਰਮੈਂਟ ਦੀ ਲਾਈਫ ਮੇਰੀ ਆ ਗਈ ਹੈ ਅਤੇ ਉਹਨਾਂ ਨੇ ਬਿਹਤਰ ਸਮਝਿਆ ਕਿ ਯਾਰ ਮੈਂ ਇਹ ਮਕਾਨ ਜਿਹੜਾ ਨਾ ਇਹਨੂੰ ਵੇਚ ਦਿਆਂ ਅਤੇ ਬੱਚਿਆਂ 'ਚ ਤਕਸੀਮ ਕਰ ਦਿਆਂ। ਕਿਉਂਕਿ ਜਦੋਂ ਬੰਦੇ ਦੀ ਸਾਥੀ ਜਿਹੜੀ ਹੈ ਉਹ ਟੁੱਟ ਜਾਵੇ ਤਾਂ ਬੰਦਾ ਮਾਯੂਸ ਜਿਹਾ ਜ਼ਿੰਦਗੀ ਗੁਜ਼ਾਰਨਾ ਪੈਂਦਾ। ਅਤੇ ਪ੍ਰੋਫੈਸਰ ਸਾਹਿਬ ਦਾ ਵੀ ਇਹੀ ਹਾਲ ਸੀ ਕਿ ਉਹ ਕਾਫੀ ਪਰੇਸ਼ਾਨ ਅਤੇ ਟੈਨਸ਼ਨ 'ਚ ਰਹਿਣਾ ਸ਼ੁਰੂ ਹੋ ਗਏ ਸਨ, ਕਿਉਂਕਿ ਉਹਨਾਂ ਦੀ ਵਾਈਫ ਜੋ ਫੌਤ ਹੋ ਗਈ ਸੀ। ਪ੍ਰੋਫੈਸਰ ਸਾਹਿਬ ਨੇ ਉਦੋਂ ਇਹ ਜੰਗ ਅਖਬਾਰ ਦੇ ਵਿੱਚ ਐਡ ਲੱਗਦਾ ਰਿਹਾ ਕਲਾਸੀਫਾਈਡ, ਇਤਵਾਰ ਦੇ ਦਿਨ ਦਾ। ਉਹਦੇ ਵਿੱਚ ਉਹਨਾਂ ਨੇ ਐਡ ਦੇ ਦਿੱਤਾ ਘਰ ਦੇ ਮਤਲਬ ਕਿ ਘਰ ਫਾਰ ਸੇਲ ਹੈਗਾ। ਜਿਸ ਵੇਲੇ ਉਹਨੇ ਐਡ ਦਿੱਤਾ ਅਤੇ ਇਤਵਾਰ ਵਾਲੇ ਦਿਨ ਉਹਨਾਂ ਨੂੰ ਫੋਨ ਆ ਜਾਂਦਾ ਕਿ ਪ੍ਰੋਫੈਸਰ ਸਾਹਿਬ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਤੁਸੀਂ ਘਰ ਵੇਚਣਾ? ਉਹਨਾਂ ਕਿਹਾ ਜੀ ਬਿਲਕੁਲ ਘਰ ਵੇਚਣਾ ਜੀ। ਅਤੇ ਉਹਨਾਂ ਨੇ ਇਨਫੋਰਮੇਸ਼ਨ ਉਹਦਾ ਕੋਲ ਲਈ ਕਿ ਜਨਾਬ ਕਿੰਨੇ ਮਰਲੇ ਦਾ ਘਰ ਹੈਗਾ, ਕਿੱਥੇ ਹੈਗਾ, ਕੀ ਪੋਜੀਸ਼ਨ ਹੈ, ਕਿੰਨੇ ਕਮਰੇ ਨੇ, ਕਿੰਨੀਆਂ ਮੰਜ਼ਲਾਂ ਨੇ, ਮਤਲਬ ਸਾਰੀਆਂ ਗੱਲਾਂ ਬਾਤਾਂ ਪੁੱਛ ਕੇ ਅਤੇ ਉਹਨਾਂ ਨੇ ਜਨਾਬ ਕਿਹਾ ਕਿ ਮਾਸ਼ਾਅੱਲਾ ਜੀ ਬੜੀ ਜ਼ਬਰਦਸਤ ਗੱਲ ਹੋ ਗਈ ਜਨਾਬ, ਤੁਸੀਂ ਤਾਂ ਘਰ ਮੇਰਾ ਖਿਆਲ ਬਣਾਇਆ ਹੀ ਸਾਡੇ ਵਾਸਤੇ ਹੈ ਜਨਾਬ। ਉਹਨਾਂ ਕਿਹਾ ਜੀ ਕੀ ਮਤਲਬ? ਉਹਨਾਂ ਕਿਹਾ ਜੀ ਸਾਡੀ ਰਿਕੁਆਇਰਮੈਂਟ ਹੀ ਐਸੀ ਇਹੋ ਸੀ, ਸਾਡੇ ਮਤਲਬ ਜਿਹੜੇ ਬੋਸ ਨੇ ਉਹਨਾਂ ਨੂੰ ਘਰ ਚਾਹੀਦਾ ਸੀ ਅਤੇ ਉਹਨਾਂ ਨੇ ਸਾਨੂੰ ਜਿਹੜਾ ਨਾ ਉਹ ਟਾਰਗੇਟ ਦਿੱਤਾ ਹੋਇਆ ਸੀ ਅਤੇ ਤੁਹਾਡਾ ਘਰ ਬਿਲਕੁਲ ਉਸ ਟਾਰਗੇਟ 'ਤੇ ਪੂਰਾ ਉਤਰਦਾ ਪਿਆ, ਕਿਉਂਕਿ ਉਹਨਾਂ ਦਾ ਟੈਕਸਟਾਈਲ ਦਾ ਬਿਜ਼ਨਸ ਹੈ ਅਤੇ ਉਹਨਾਂ ਨੂੰ ਜਨਾਬ ਜਿਹੜਾ ਨਾ ਉਹਦੇ ਵਾਸਤੇ ਫੈਸਲਾਬਾਦ ਉਹਨਾਂ ਦਾ ਟੈਕਸਟਾਈਲ ਹੈ, ਇੰਡਸਟਰੀ ਹੈ ਅਤੇ ਉਹਨਾਂ ਨੂੰ ਲਾਹੌਰ ਆਉਣਾ ਜਾਣਾ ਪੈਂਦਾ ਅਤੇ ਉਹ ਚਾਹੁੰਦੇ ਸਨ ਕਿ ਯਾਰ ਮੈਨੂੰ ਕਿਤੇ ਮੇਨ GT ਰੋਡ ਦੇ ਉੱਤੇ ਕੋਈ ਘਰ ਲੱਭ ਜਾਏ ਤਾਂ ਕਿ ਮੈਂ ਬੜੇ ਆਸਾਨੀ ਨਾਲ ਆਪਣੇ ਘਰ ਆ ਜਾ ਸਕਾਂ। ਅਤੇ ਤੁਸੀਂ ਤਾਂ ਜਨਾਬ ਸਈਦ ਪਾਰਕ ਬੈਠੇ ਹੋ, ਰਾਵੀ ਟੂਲ ਟੈਕਸ ਦੇ ਲਾਗੇ, ਅਤੇ ਜ਼ਬਰਦਸਤ ਹੋ ਗਿਆ ਜਨਾਬ, ਤੁਸੀਂ ਤਾਂ ਸਾਡੇ ਵਾਸਤੇ ਫਰਿਸ਼ਤਾ ਬਣ ਕੇ ਆਏ ਹੋ। ਅਤੇ ਨਾਲੇ ਜਿਹੜੇ ਤੁਸੀਂ ਪੈਸੇ ਮੰਗ ਰਹੇ ਹੋ ਨਾ ਜੀ, ਉਹ ਬੜੇ ਮੁਨਾਸਬ ਮੰਗ ਰਹੇ ਹੋ, ਕਿਉਂਕਿ ਉਹਨਾਂ ਦੇ ਦਿਮਾਗ 'ਚ ਜਿਹੜੀ ਤੁਸੀਂ ਜਿੰਨੇ ਪੈਸੇ ਮੰਗ ਰਹੇ ਹੋ ਉਹਨਾਂ ਤੋਂ ਵੱਧ ਦਾ ਉਹਨਾਂ ਦਾ ਦਿਮਾਗ ਸੀ ਕਿ ਸ਼ਾਇਦ ਇੰਨੇ ਦਾ ਘਰ ਮਿਲੇ। ਲੇਕਿਨ ਖੈਰ ਤੁਸੀਂ ਬਹੁਤ ਮੁਨਾਸਬ ਮੰਗ ਰਹੇ ਹੋ, ਅਸੀਂ ਤੁਹਾਡੇ ਨਾਲ ਬਹਿਸ ਨਹੀਂ ਕਰਾਂਗੇ ਜੀ, ਕਿਉਂਕਿ ਤੁਸੀਂ ਪਹਿਲੇ ਹੀ ਪੈਸੇ ਮੁਨਾਸਬ ਮੰਗ ਰਹੇ ਹੋ। ਅਤੇ ਤੁਸੀਂ ਇਸ ਤਰ੍ਹਾਂ ਕਰੋ ਜਨਾਬ ਕਿ ਥੋੜ੍ਹਾ ਟਾਈਮ ਕੱਢੋ, ਕਿਉਂਕਿ ਉਹਨਾਂ ਕੋਲ ਸਾਡੇ ਬੋਸ ਕੋਲ ਜਿਹੜਾ ਨਾ ਟਾਈਮ ਘੱਟ ਹੁੰਦਾ ਹੈ, ਉਹ ਹੋਰ ਬੜੀ ਮਸਰੂਫੀਅਤਾਂ ਨੇ ਉਹਨਾਂ ਦੀਆਂ। ਅਤੇ ਤੁਸੀਂ ਕਾਗਜ਼ ਲੈ ਕੇ ਜਨਾਬ ਅਤੇ ਮਿਹਰਬਾਨੀ ਕਰੋ, ਸਾਡੇ ਦਫ਼ਤਰ ਹੈ ਜਨਾਬ, ਅਤੇ ਤੁਸੀਂ ਸਾਡੇ ਦਫ਼ਤਰ ਆ ਜਾਓ ਅਤੇ ਉੱਥੇ ਬਹਿ ਕੇ ਜਨਾਬ ਤੁਹਾਡੇ ਨਾਲ ਜਿਹੜੀ ਹੈ ਮਾਮਲਾਤ ਉਸ ਸਾਹਿਬ ਨਾਲ ਮੁਲਾਕਾਤ ਹੋ ਜਾਏਗੀ ਅਤੇ ਬਹਿ ਕੇ ਸਾਰੇ ਸੌਦਾ ਜਿਹੜਾ ਨਾ ਧਨ ਹੋ ਜਾਏਗਾ ਔਰ ਤੁਹਾਨੂੰ ਉੱਥੇ ਬਿਆਨਾ ਸ਼ਾਨਾ ਦੇ ਦਿਆਂਗੇ। ਅਤੇ 15-20 ਦਿਨ ਦਾ ਤੁਹਾਨੂੰ ਕੋਈ ਟਾਈਮ ਹੋਏਗਾ ਜੀ, ਤੁਸੀਂ ਆਪਣਾ ਘਰ ਖਾਲੀ ਕਰ ਦੇਣਾ, ਸਾਨੂੰ ਫਰਦ ਵਗੈਰਾ ਦੇਣਾ ਅਤੇ ਅਸੀਂ ਰਜਿਸਟਰੀ ਕਰਵਾ ਕੇ ਅਤੇ ਤੁਹਾਨੂੰ ਜਨਾਬ ਸਾਰੀ ਫੁੱਲ ਪੇਮੈਂਟ ਕਰ ਦਿਆਂ। ਪ੍ਰੋਫੈਸਰ ਸਾਹਿਬ ਨੇ ਜਿਸ ਵੇਲੇ ਉਹਨਾਂ ਦੀਆਂ ਗੱਲਾਂ ਸੁਣੀਆਂ ਅਤੇ ਉਹ ਬੜੇ ਮੁਤਾਸਰ ਹੋ ਗਏ। ਉਹਨਾਂ ਕਿਹਾ ਲਓ ਜੀ ਘਰ ਤਾਂ ਵਿਕ ਗਿਆ। ਅਤੇ ਉਹ ਅਗਲੇ ਦਿਨ ਉਹਨਾਂ ਨੇ ਇਸ ਤਰ੍ਹਾਂ ਲਿਆ ਕੀਤਾ ਕਿ ਜਨਾਬ ਘਰ ਦੀ ਰਜਿਸਟਰੀ ਓਰੀਜਨਲ ਲਈ ਅਤੇ ਗੱਡੀ ਕੱਢੀ ਅਤੇ ਜਨਾਬ ਉਹਨਾਂ ਦੇ ਕੋਲ ਜਿੱਥੇ ਉਹਨਾਂ ਨੇ ਐਡਰੈਸ ਦਿੱਤਾ ਹੋਇਆ ਸੀ, ਮੋਸਟਲੀ ਤੁਹਾਨੂੰ ਪਤਾ ਹੋਏਗਾ ਫਰਾਡ ਜਿੱਥੇ ਵੀ ਹੁੰਦੇ ਨੇ, ਇਹ ਭਗਵਾਨਪੁਰਾ ਉਹਨਾਂ ਦਾ ਇੱਕ ਹੈੱਡ ਆਫਿਸ ਹੈ ਜਿੱਥੇ ਉਹ ਬਹਿ ਕੇ ਲੋਕਾਂ ਨਾਲ ਫਰਾਡ ਕਰਦੇ ਨੇ। ਉਹਨਾਂ ਉੱਥੇ ਉਹਨੂੰ ਬੁਲਾਇਆ ਸੀ, ਉਹ ਉੱਥੇ ਚਲੇ ਜਾਂਦੇ ਨੇ। ਰਜਿਸਟਰੀ ਲੈ ਕੇ ਜਿਸ ਵੇਲੇ ਭਗਵਾਨਪੁਰੇ ਪਹੁੰਚ ਗਏ ਅਤੇ ਉੱਥੇ ਜਨਾਬ ਜਾ ਕੇ ਉਹਨਾਂ ਨੇ ਦੱਸਿਆ ਆਪਣਾ, ਜਿਸ ਵੇਲੇ ਉਹ ਬੜਾ ਆਓ ਭਗਤ ਉਹਨਾਂ ਦੀ ਕੀਤੀ ਗਈ। ਉਹਨਾਂ ਨੇ ਜਨਾਬ ਵੈਲਕਮ ਕੀਤਾ, ਉਹਨਾਂ ਵਾਸਤੇ ਚਾਹ ਪਾਣੀ ਇਹ ਉਹ ਫਲਾਂਟਿੰਗ ਅੱਗੇ ਪਿੱਛੇ ਜਨਾਬ ਉਹਨਾਂ ਦੇ ਬੜੇ ਪ੍ਰੋਟੋਕੋਲ ਦਿੱਤਾ ਉਹਨਾਂ ਨੂੰ। ਅਤੇ ਉਹਨਾਂ ਨੂੰ ਕਿਹਾ ਜੀ ਜਨਾਬ ਤੁਸੀਂ ਬੈਠੋ ਪ੍ਰੋਫੈਸਰ ਸਾਹਿਬ, ਅਤੇ
ਜਿਹੜੇ ਸਾਡੇ ਸਾਹਿਬ ਨੇ ਰਾਣਾ ਸਾਹਿਬ ਜਿਹੜੇ ਨੇ ਉਹ ਬਸ ਥੋੜ੍ਹੀ ਦੇਰ ਤੱਕ ਆ ਰਹੇ ਨੇ ਅਤੇ ਅਸੀਂ ਇਨਸ਼ਾਅੱਲਾ ਬਹਿ ਕੇ ਜਨਾਬ ਮਾਮਲਾਤ ਹੱਲ ਕਰ ਲੈਂਦੇ ਅਤੇ ਤੁਸੀਂ ਇਸ ਤਰ੍ਹਾਂ ਕਰੋ ਜੋ ਹੁਣ ਤੱਕ ਅਸੀਂ ਬਿਹਤਰ ਹੈ ਕਿ ਇਹਦਾ ਲਿਖ ਪੜਤ ਕਰ ਲਈਏ। ਸੌਦਾ ਚੂँਕਿ ਮੈਂ ਹੀ ਕਰਨਾ, ਅਸੀਂ ਡਨ ਕਰਨਾ ਅਤੇ ਉਹਨਾਂ ਨੇ ਸਿਰਫ ਆ ਕੇ ਸਾਈਨ ਕਰਨਾ ਅਤੇ ਪੇਮੈਂਟ ਦੇਣੀ ਹੈ ਤੁਹਾਨੂੰ, ਅਤੇ ਤੁਹਾਨੂੰ ਚੈੱਕ ਦੇ ਦਈਏ ਜਾਂ ਮਤਲਬ ਕੈਸ਼ ਦੇ ਦਈਏ। ਉਹਨਾਂ ਕਿਹਾ ਜੀ ਜਿਸ ਤਰ੍ਹਾਂ ਤੁਹਾਡਾ ਦਿਲ ਕਰੇ, ਚਲੋ ਜਿਸ ਤਰ੍ਹਾਂ ਤੁਸੀਂ ਕਹੋਗੇ ਜੀ, ਚੈੱਕ ਕਹੋਗੇ ਚੈੱਕ ਦੇ ਦਿਆਂਗੇ, ਕੈਸ਼ ਕਹੋ ਤਾਂ ਕੈਸ਼ ਦੇ ਦਿਆਂਗੇ। ਅਤੇ ਤੁਸੀਂ ਇਹ ਜਨਾਬ ਚਲੋ ਇਹ ਬਾਹਰ ਜਿਹੜਾ ਨਾ ਸਟਾਮ ਵਾਲਾ ਬੈਠਾ ਉਹਦੇ ਕੋਲ ਸਟਾਮ ਕਢਾ ਲਿਆਈਏ, ਉਹ ਤੱਕ ਕੰਮ ਮੁੱਕ ਜਾਏ ਨਾ ਜੀ। ਉਹਨਾਂ ਕਿਹਾ ਜੀ ਹਾਂ ਠੀਕ। ਉਹਨਾਂ ਦੇ ਨਾਲ ਗਏ, ਉਹਨਾਂ ਦੇ ਜਾ ਕੇ ਸਟਾਮ ਕਢਾਇਆ, ਸਟਾਮ ਕਢਾ ਕੇ ਸਟਾਮ 'ਤੇ ਜਨਾਬ ਉਹਨਾਂ ਨੇ ਬਿਆਨਾ ਲਿਖਿਆ। ਕੋਈ ਸਸਤੇ ਵਕਤਾਂ ਦੀ ਗੱਲ ਹੈ, ਕਿਉਂਕਿ 15 ਸਾਲ ਪੁਰਾਣੀ ਗੱਲ ਹੈ ਅਤੇ 10 ਮਰਲੇ ਦਾ ਘਰ ਸੀ ਅਤੇ ਉਸ ਵੇਲੇ ਜਨਾਬ ਉਹਦਾ ਸੌਦਾ ਜਿਹੜਾ ਉਹਨਾਂ ਨੇ ਤਕਰੀਬਨ ਜਨਾਬ 90 ਲੱਖ ਰੁਪਏ 'ਚ ਉਹਨਾਂ ਦਾ ਡਨ ਕੀਤਾ ਅਤੇ 90 ਲੱਖ ਰੁਪਏ 'ਚ ਸੌਦਾ ਡਨ ਕਰਕੇ ਅਤੇ ਉਹਨਾਂ ਨੇ ਕਿਹਾ ਜੀ 50 ਲੱਖ ਰੁਪਈਆ ਤੁਹਾਨੂੰ ਅਸੀਂ ਦੇ ਦਿੰਦੇ ਹਾਂ ਅਤੇ ਬਾਕੀ ਤੁਸੀਂ ਘਰ ਖਾਲੀ ਕਰੋ ਅਤੇ ਆਪਣਾ ਜਿਹੜਾ ਪੈਸੇ ਨਾਲ ਤੁਹਾਨੂੰ 40 ਲੱਖ ਰੁਪਏ ਦਿੰਦੇ ਹਾਂ, ਤੁਸੀਂ ਫਰਦ ਵਗੈਰਾ ਕਢਾ ਲਓ ਅਤੇ ਤੁਹਾਡੇ ਕੋਲ ਟਰਾਂਸਫਰ ਲੈ ਲੈਣੇ। ਪ੍ਰੋਫੈਸਰ ਸਾਹਿਬ ਬਹੁਤ ਖੁਸ਼ ਸਨ ਜਨਾਬ। ਉਹਨਾਂ ਨੇ ਉਸ ਸਟਾਮ ਦੇ ਉੱਤੇ ਜਨਾਬ ਉਹ ਬਕਾਇਦਾ 50 ਲੱਖ ਰੁਪਇਆ ਨਕਦ ਕੈਸ਼ ਵਸੂਲ, ਬਕਾਇਆ ਰਕਮ ਐਨੀ, ਸੌਦਾ 90 ਲੱਖ ਰੁਪਏ ਦਾ, ਉਹ ਸਾਰਾ ਕੁਛ ਲਿਖਾ ਕੇ ਅਤੇ ਉਹਨਾਂ ਪ੍ਰੋਫੈਸਰ ਸਾਹਿਬ ਕੋਲ ਜਨਾਬ ਉਹਨਾਂ ਦੇ ਰਜਿਸਟਰ ਜਿਹੜਾ ਸੀ ਸਟਾਂਪ ਫਰੋਸ਼ ਦਾ, ਉਹਦੇ 'ਤੇ ਸਾਈਨ ਵਗੈਰਾ ਵੀ ਕਰਵਾ ਲਏ ਕਿ ਅਸੀਂ ਇਹ ਐਗਰੀਮੈਂਟ ਕੀਤਾ ਜੀ। ਅਤੇ ਉਹਨਾਂ ਨੂੰ ਲੈ ਕੇ ਜਨਾਬ ਤੇ ਦੁਬਾਰਾ ਆਪਣੇ ਡੇਰੇ 'ਤੇ ਆ ਗਏ। ਡੇਰੇ 'ਤੇ ਆ ਕੇ ਜਨਾਬ ਉਹ ਪ੍ਰੋਫੈਸਰ ਸਾਹਿਬ ਕੋਲੋਂ ਸਾਈਨ ਅੰਗੂਠੇ ਕਰਵਾ ਕੇ ਅਤੇ ਉਹ ਸਟਾਂਪ ਜਿਹੜਾ ਜਨਾਬ ਉਹਨਾਂ ਨੇ ਆਪਣੇ ਕੋਲ ਰੱਖ ਲਿਆ। ਅਤੇ ਪ੍ਰੋਫੈਸਰ ਸਾਹਿਬ ਜਨਾਬ ਬੈਠੇ ਨੇ ਕਿ ਜਨਾਬ ਮੈਨੂੰ ਹੁਣੇ ਪੈਸੇ ਦੇਣ ਅਤੇ ਮੈਂ ਬਾਕੀ ਮਾਮਲਾਤ ਜਾ ਕੇ ਕਰਾਂ। ਪ੍ਰੋਫੈਸਰ ਸਾਹਿਬ ਨੂੰ ਜਿਸ ਵੇਲੇ ਕਾਫੀ ਟਾਈਮ ਗੁਜ਼ਰ ਗਿਆ, ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਯਾਰ ਤੁਹਾਡਾ ਆ ਨਹੀਂ ਰਿਹਾ ਬੋਸ, ਅਤੇ ਮੈਂ ਮਤਲਬ ਕਾਫੀ ਟਾਈਮ ਹੋ ਗਿਆ, ਘੰਟਾ ਡੇਢ ਹੋ ਗਿਆ, ਅਤੇ ਕੀ ਮਾਮਲਾਤ ਹੈ? ਉਹਨਾਂ ਆਖਿਆ ਜਨਾਬ ਕੋਈ ਮਾਮਲਾਤ ਨਹੀਂ, ਤੁਸੀਂ ਹੁਕਮ ਕਰੋ, ਕੀ ਮਸਲਾ ਕੀ ਹੈ? ਉਹਨਾਂ ਕਿਹਾ ਜੀ ਮਸਲਾ ਕੀ ਹੋਣਾ ਹੈ, ਤੁਸੀਂ ਮਤਲਬ ਸਟਾਂਪ ਮੇਰੇ ਕੋਲ ਲਿਖਾਇਆ ਹੈ ਅਤੇ ਇਹਦੇ ਪੈਸੇ ਜਿਹੜੇ ਨੇ ਤੁਸੀਂ ਮੈਨੂੰ ਦੇਣੇ ਨੇ, ਉਹ ਪੈਸੇ ਮੈਨੂੰ ਦਿਓ ਅਤੇ ਮੈਂ ਜਾ ਕੇ ਬਾਕੀ ਮਾਮਲਾਤ ਆਪਣੇ ਕਰਾਂ, ਕਿਉਂਕਿ ਮੈਂ ਚਾਹੁੰਦਾ ਕਿ ਪੈਸੇ ਮੈਂ ਜਾ ਕੇ ਬੈਂਕ 'ਚ ਰਖਾ ਦਿਆਂ ਅਤੇ ਬੈਂਕ ਦਾ ਟਾਈਮ ਵੀ ਗੁਜ਼ਰ ਰਿਹਾ। ਉਹਨਾਂ ਕਿਹਾ ਪ੍ਰੋਫੈਸਰ ਸਾਹਿਬ ਤੁਸੀਂ ਕੀ ਗੱਲ ਕਰ ਰਹੇ ਹੋ? ਉਹਨਾਂ ਕਿਹਾ ਜੀ ਕੀ ਮਤਲਬ? ਉਹਨਾਂ ਕਿਹਾ ਜਨਾਬ ਤੁਹਾਨੂੰ ਅਸੀਂ ਪੈਸੇ ਦੇ ਦਿੱਤੇ ਨੇ, ਤੁਸੀਂ ਸਾਡੇ ਕੋਲ ਸਾਈਨ ਕੀਤੇ ਨੇ, ਬਕਾਇਦਾ ਪੇਮੈਂਟ ਵਸੂਲ ਕਰ ਲਈ ਹੈ ਤੁਸੀਂ 50 ਲੱਖ ਰੁਪਈਆ, ਅਤੇ ਤੁਹਾਨੂੰ ਤਾਂ ਪੇਮੈਂਟ ਦੇ ਕੇ ਅਸੀਂ ਸਾਡੇ ਕੋਲ ਸਾਈਨ ਕਰਾਏ ਨੇ। ਉਹ ਪ੍ਰੋਫੈਸਰ ਸਾਹਿਬ ਜਨਾਬ ਉੱਠ ਕੇ ਖੜ੍ਹੇ ਹੋ ਗਏ, ਪਾਗਲ ਹੋ ਗਏ ਗੁੱਸੇ 'ਚ। ਉਹਨੇ ਕਿਹਾ ਜੀ ਤੁਸੀਂ ਕੀ ਬਕਵਾਸ ਕਰ ਰਹੇ ਹੋ, ਕੀ ਗੱਲ ਕਰ ਰਹੇ ਹੋ, ਤੁਸੀਂ ਮੈਨੂੰ ਕਦੋਂ ਪੇਮੈਂਟ ਦਿੱਤੀ? ਉਹਨਾਂ ਕਿਹਾ ਜਨਾਬ ਇਹ ਤੁਹਾਡੇ ਸਟਾਮ ਹੈ, ਇਹਦੇ ਤੁਸੀਂ ਸਾਈਨ ਕੀਤੇ ਨੇ, ਇਹ ਤੁਸੀਂ ਪੇਮੈਂਟ ਦੇ ਚੁੱਕੇ ਹੋ, ਠੀਕ ਹੈ, ਲੈ ਚੁੱਕੇ ਹੋ, ਹੁਣ ਬਾਕੀ ਸਾਨੂੰ ਜਨਾਬ ਇਹਦੇ ਦਿਓ, ਆਪਣਾ ਡਾਕੂਮੈਂਟ ਕਲੀਅਰ ਕਰੋ ਅਤੇ ਤੁਹਾਨੂੰ ਅਸੀਂ ਇਹਦਾ ਬਾਕੀ ਪੇਮੈਂਟ ਦੇ ਦਿੰਦੇ। ਫੋਟੋ ਕਾਪੀ ਉਹਨਾਂ ਨੇ ਕਰਾ ਕੇ ਅਤੇ ਜਨਾਬ ਪ੍ਰੋਫੈਸਰ ਸਾਹਿਬ ਨੂੰ ਕਿਹਾ ਕਿ ਜੀ ਇਹ ਫੜੋ ਜਨਾਬ ਅਤੇ ਜਾਓ। ਪ੍ਰੋਫੈਸਰ ਸਾਹਿਬ ਜਨਾਬ ਬੜਾ ਰੌਲਾ ਪਾਉਣ ਲੱਗੇ। ਉਹਨਾਂ ਕਿਹਾ ਜਨਾਬ ਪ੍ਰੋਫੈਸਰ ਸਾਹਿਬ ਜੇ ਤਾਂ ਜ਼ਿੰਦਗੀ ਚਾਹੁੰਦੇ ਹੋ ਅਤੇ ਇੱਜ਼ਤ ਨਾਲ ਚਲੇ ਜਾਓ, ਅਤੇ ਜੇ ਤੁਸੀਂ ਕੋਈ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਐਸੀ ਮਾਮਲਾਤ ਕੀਤੇ ਤਾਂ ਅਸੀਂ ਤੁਹਾਨੂੰ ਸ਼ੂਟ ਕਰ ਦਿਆਂਗੇ, ਠੀਕ ਹੈ। ਖਬਰਦਾਰ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਸਾਨੂੰ ਜਾਣਦੇ ਨਹੀਂ। ਉਹ ਜਨਾਬ ਬੜਾ ਪਰੇਸ਼ਾਨ ਹੋਇਆ, ਵਿਚਾਰਾ ਸ਼ਰੀਫ ਆਦਮੀ ਸੀ। ਉਹਨੇ ਸੋਚਿਆ ਕਿ ਚਲੋ ਮੈਂ ਜਾ ਕੇ ਕੋਈ ਥਾਣੇ ਕਚਹਿਰੀ ਜਾ ਕੇ ਕੋਈ ਕਾਰਵਾਈ ਕਰਨਾ, ਕਿਉਂਕਿ ਮੇਰੇ ਨਾਲ ਜ਼ਿਆਦਤੀ ਕਰ ਰਹੇ ਨੇ। ਉਹ ਪ੍ਰੋਫੈਸਰ ਸਾਹਿਬ ਨੇ ਜਨਾਬ ਉੱਥੋਂ ਆਪਣੀ ਗੱਡੀ ਕੱਢੀ ਅਤੇ ਘਰ ਆ ਗਏ। ਘਰ ਆ ਕੇ ਜਨਾਬ ਉਹਨਾਂ ਨੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਕਿ ਜਨਾਬ ਇਹ ਮਸਲਾ ਹੋ ਗਿਆ, ਅਤੇ ਉਹਨਾਂ ਦੀ ਅਸਲ ਰਜਿਸਟਰੀ ਜਿਹੜੀ ਸੀ ਉਹ ਵੀ ਉਹਨਾਂ ਨੇ ਉਹਦੇ ਕੋਲ ਰੱਖ ਲਈ। ਉਹ ਬੱਚੇ ਕਹਿਣ ਲੱਗੇ ਅੱਬਾ ਜੀ ਤੁਸੀਂ ਕੀ ਬੇਵਕੂਫੀ ਕੀਤੀ, ਤੁਸੀਂ ਕਿਉਂ ਉਹਨਾਂ ਕੋਲ ਗਏ ਹੋ, ਤੁਸੀਂ ਉਹਨਾਂ ਨੂੰ ਇੱਥੇ ਬੁਲਾਉਂਦੇ, ਤੁਸੀਂ ਅਸਲ ਰਜਿਸਟਰੀ ਵੀ ਦੇ ਆਏ ਹੋ, ਸਾਈਨ ਵੀ ਕਰਕੇ ਦੇ ਆਏ ਹੋ, ਜਦੋਂ ਤੁਸੀਂ ਸਾਈਨ ਕਰ ਰਹੇ ਹੋ ਤਾਂ ਜ਼ਾਹਰ ਅਸੀਂ ਫਿਰ ਝੂਠੇ ਹਾਂ, ਇਹ ਤਾਂ ਮਸਲਾ ਖਰਾਬ ਹੋ ਗਿਆ। ਉਹਨਾਂ ਕਿਹਾ ਅੱਛਾ ਚਲੋ। ਮੁਹੱਲੇ 'ਚ ਇੱਕ ਵਕੀਲ ਸਾਹਿਬ ਸਨ ਅਤੇ ਉਹ ਵਕੀਲ ਸਾਹਿਬ ਕੋਲ ਚਲੇ ਗਏ ਕਿ ਯਾਰ ਉਹਨਾਂ ਨਾਲ ਜਾ ਕੇ ਮਸ਼ਵਰਾ ਕਰਨੇ ਆ ਕੀ ਮਸਲਾ ਹੈ। ਉਹ ਵਕੀਲ ਸਾਹਿਬ ਨੇ ਜਿਸ ਵੇਲੇ ਸਟਾਂਪ ਪੜ੍ਹਿਆ, ਸਾਰਾ ਕੁਛ ਦੇਖਿਆ, ਸਾਰਾ ਕੁਛ ਮਾਮਲਾਤ ਸੁਣੇ ਜਿਸ ਵੇਲੇ ਕਿ ਜਨਾਬ ਉਹਨਾਂ ਰਜਿਸਟਰੀ ਰੱਖ ਲਈਏ, ਸਟਾਂਪ 'ਤੇ ਸਾਈਨ ਵੀ ਕਰਵਾ ਲਏ ਨੇ ਅਤੇ ਓਰੀਜਨਲ ਸਟਾਂਪ ਉਹਨਾਂ ਕੋਲ ਹੈ, ਫੋਟੋ ਕਾਪੀ ਉਹਨਾਂ ਨੇ ਦੇ ਦਿੱਤੀ ਹੈ ਅਤੇ ਇਹ ਮਾਮਲਾਤ ਹੈ। ਉਹ ਵਕੀਲ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਹੁਣ ਕੁਛ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਆਪਣੇ ਹੱਥ ਵੱਢ ਕੇ ਉਹਨਾਂ ਨੂੰ ਦੇ ਬੈਠੇ ਹੋ ਅਤੇ ਇਹਦਾ ਤਾਂ ਕੋਈ ਹੱਲ ਨਹੀਂ ਗਾ। ਬਹਰਹਾਲ ਇਹ ਹੈ ਕਿ ਜਾ ਕੇ ਥਾਣੇ ਰਿਪੋਰਟ ਦਰਜ ਕਰਾਓ ਕਿ ਮੇਰੇ ਨਾਲ ਇਸ ਤਰ੍ਹਾਂ ਫਰਾਡ ਹੋਇਆ ਅਤੇ ਸ਼ਾਇਦ ਕੋਈ ਤੁਹਾਡਾ ਜਿਹੜਾ ਨਾ ਕੋਈ ਸੁਣਾਈ ਹੋ ਜਾਏ, ਕੋਈ ਮਾਮਲਾਤ ਜਿਹੜੇ ਹੱਲ ਹੋ ਜਾਣ। ਖੈਰ ਉਹ ਵਕੀਲ ਸਾਹਿਬ ਚੁੱਕੇ ਮਹੱਲੇਦਾਰ ਸੀ, ਤੀਸਰਾ ਘਰ ਉਹਦਾ ਸੀ, ਉਹ ਵਕੀਲ ਸਾਹਿਬ ਵੀ ਨਾਲ ਗਏ, ਉਹ ਪ੍ਰੋਫੈਸਰ ਸਾਹਿਬ ਗਏ। ਉਹਨਾਂ ਨੇ ਜਾ ਕੇ ਜਨਾਬ ਥਾਣੇ ਜਾ ਕੇ ਆਪਣੀ ਗੱਲਬਾਤ ਸੁਣਾਈ ਕਿ ਜੀ ਇਹ ਮਾਮਲਾਤ ਹੋ ਗਿਆ, ਫਰਾਡ ਇਸ ਤਰ੍ਹਾਂ ਹੋਇਆ। ਉਹਨਾਂ ਨੇ ਕਿਹਾ ਜੀ ਕਿ ਇਹਦੇ ਜਿਹੜੀ ਤੁਹਾਡੀ FIR ਹੈ ਇਹ ਬਣਦੀ ਨਹੀਂ ਹੈ, ਕਿਉਂਕਿ ਇਹ ਤਾਂ
ਕਾਨੂੰਨੀ ਜਿਹਾ ਕੰਮ ਹੈਗਾ, ਤੁਸੀਂ ਆਪਣੇ ਹੱਥੀਂ ਬਿਆਨਾ ਲਿਆ ਨਹੀਂ ਲਿਆ, ਸਾਨੂੰ ਕੀ ਪਤਾ ਹੋਵੇ ਇਸ ਚੀਜ਼ ਦਾ। ਅਤੇ ਵੈਸੇ ਵੀ ਪੈਸੇ ਦੇ ਮਾਮਲਾ 'ਚ ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਉਹਨਾਂ ਨੂੰ ਜਾਣਦੇ ਸਨ, ਕਿਉਂਕਿ ਉਹ ਤਾਂ ਲਾਹੌਰ ਦੇ ਇੱਕ ਮਤਲਬ ਮਸ਼ਹੂਰ ਪੰਜਾਬ ਦੇ ਜਿਹੜੇ ਸਨ ਫਰਾਡੀ ਸਨ। ਅਤੇ ਉਹਨਾਂ ਨੇ ਕਿਹਾ ਜਨਾਬ ਐਸਾ ਕੁਛ ਨਹੀਂ ਹੋ ਸਕਦਾ ਅਤੇ ਕੋਈ ਫਾਇਦਾ ਨਹੀਂ FIR ਦਰਜ ਕਰਾਉਣ ਦਾ। ਖੈਰ ਉਹ ਵਾਪਸ ਆਏ, ਉਹਨਾਂ ਨੇ ਆਪਣੇ ਮਹੱਲੇ ਦਾ ਕਾਉਂਸਲਰ ਜਿਹੜਾ ਸੀ ਉਹਨੂੰ ਨਾਲ ਲਿਆ, ਉਹ ਟੋਟ ਟੈਪ ਕਾਉਂਸਲਰ ਸੀ, ਉਹਨੂੰ ਲੈ ਕੇ ਉਹ ਦੁਬਾਰਾ ਥਾਣੇ ਗਏ। SHO ਨੂੰ ਜਾ ਕੇ ਗੱਲਬਾਤ ਕੀਤੀ ਕਿ ਜਨਾਬ ਇਹ ਮਾਮਲਾ ਤਾਂ ਗਿਆ, ਕੋਈ ਮਿਹਰਬਾਨੀ ਕਰੋ, ਸਾਡੀ ਕੋਈ ਮਾਮਲਾ ਹੈਲਪ ਕਰੋ। ਉਹ ਜਿਹੜਾ ਥਾਣੇਦਾਰ ਸੀ ਉਹਨੇ ਜਨਾਬ ਉਹਨੂੰ ਕਾਉਂਸਲਰ ਨੂੰ ਬੜੀ ਖੁੱਲ੍ਹੀ ਗੱਲ ਕੀਤੀ। ਉਹਨੇ ਕਿਹਾ ਯਾਰ ਦੇਖ ਮੇਰੀ ਗੱਲ ਸੁਣ, ਪਹਿਲੇ ਮਸਲਾ ਇਹ ਹੈ ਕਿ ਲੈਣ ਦੇਣ ਦੇ ਮਾਮਲੇ 'ਚ ਪੁਲਿਸ ਕੁਛ ਕਰ ਨਹੀਂ ਸਕਦੀ। ਬਾਕੀ ਅਗਰ ਕੋਈ ਪਾਰਟੀ ਛੋਟੀ ਹੋਵੇ ਅਤੇ ਅਸੀਂ ਉਹਨੂੰ ਪ੍ਰੈਸ਼ਰਾਈਜ਼ ਕਰੀਏ ਜਾਂ ਕੋਈ ਮਾਮਲਾਤ ਕਰੀਏ ਤਾਂ ਉਹ ਸਮਝ ਆਉਂਦੀ ਹੈ। ਲੇਕਿਨ ਇਹ ਜਿਨ੍ਹਾਂ ਦੀ ਗੱਲ ਇਹ ਸੁਣਾ ਰਹੇ ਨੇ, ਭਗਵਾਨਪੁਰੇ ਦਾ ਜਿਹੜਾ ਹੈੱਡ ਆਫਿਸ ਹੈ ਰਾਣਿਆਂ ਦਾ, ਇਹ ਮਤਲਬ ਤੁਹਾਨੂੰ ਪਤਾ ਇੱਕ ਬਹੁਤ ਵੱਡਾ ਗਰੁੱਪ ਹੈ, ਬਹੁਤ ਵੱਡੇ ਫਰਾਡੀਏ ਨੇ, ਪੰਜਾਬ ਦੇ ਸਭ ਤੋਂ ਵੱਡੇ ਫਰਾਡੀਏ ਨੇ। ਅਤੇ ਇਹਨਾਂ ਦੇ ਆਪਣੇ ਵਜ਼ੀਰ, ਆਪਣੇ ਮਸ਼ੀਰ, ਆਪਣੇ ਮਾਮਲਾਤ ਨੇ, ਹੁਕੂਮਤ 'ਚ ਇਹਨਾਂ ਦਾ ਹੱਥ ਹੈ ਅਤੇ ਇਹਨਾਂ ਦੇ ਖਿਲਾਫ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਅਤੇ ਤੁਹਾਡੇ ਕਹਿਣ 'ਤੇ ਅਸੀਂ ਕਹਿੰਦੇ ਹੋ ਅਤੇ FIR ਦਰਜ ਕਰ ਲੈਂਦੇ ਹਾਂ। ਖੈਰ ਉਹਨਾਂ ਨੇ FIR ਦਰਜ ਕਰ ਲਈ, ਲੇਕਿਨ ਉਸ FIR ਦਾ ਦਰਜ ਕਰਕੇ ਉਹਨਾਂ ਨੇ ਕੀ ਬਣਨਾ ਸੀ, ਕੁਛ ਨਹੀਂ ਬਣਿਆ। ਅਤੇ ਉਹ ਵਿਚਾਰਾ ਜਿਹੜਾ ਪ੍ਰੋਫੈਸਰ ਸੀ ਉਹ ਇਸੇ ਪਰੇਸ਼ਾਨੀ ਦੇ ਵਿੱਚ ਜਨਾਬ ਬਿਮਾਰ ਹੋਣਾ ਸ਼ੁਰੂ ਹੋ ਗਿਆ। ਖੈਰ ਉਹਨਾਂ ਨੇ ਆ ਕੇ ਗਨ ਪੁਆਇੰਟ 'ਤੇ ਜਨਾਬ ਉਹਨਾਂ ਕੋਲੋਂ ਮਕਾਨ ਦਾ ਕਬਜ਼ਾ ਵੀ ਲਿਆ ਅਤੇ ਉਹ ਜਨਾਬ ਬਾਕੀ ਪੇਮੈਂਟ ਦੇ ਕੇ ਉਹਨਾਂ ਨੇ ਅਤੇ ਕਬਜ਼ਾ ਲੈ ਲਿਆ। ਅਤੇ ਉਹ 90 ਲੱਖ ਰੁਪਏ ਦਾ ਜਿਹੜਾ ਮਕਾਨ ਸੀ ਉਹ 40 ਲੱਖ ਰੁਪਏ 'ਚ ਉਹਨਾਂ ਨੇ ਹਥਿਆ ਲਿਆ ਉਹਦੇ ਕੋਲੋਂ, ਅਤੇ 50 ਲੱਖ ਰੁਪਇਆ ਜਿਹੜਾ ਸੀ ਉਹਨਾਂ ਨੇ ਨਾ ਦਿੱਤਾ। ਅਤੇ ਲੇਕਿਨ ਸਟਾਮ 'ਤੇ ਉਹਨਾਂ ਕੋਲ ਲਿਖਾ ਲਿਆ ਕਿ ਅਸੀਂ 50 ਲੱਖ ਵਸੂਲ ਕਰ ਲਿਆ। ਦੋਸਤੋ ਗੱਲ ਕਰਨ ਦਾ ਮਕਸਦ ਜਿਹੜਾ ਸੀ, ਸੁਣਾਉਣ ਦਾ ਮਕਸਦ ਸੀ, ਉਹ ਇਹ ਹੈ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਅਗਰ ਕੋਈ ਐਸੇ ਮਾਮਲਾਤ ਹੋ ਜਾਣ, ਕੋਈ ਚੀਜ਼ ਵੇਚਣੀ ਪੈ ਜਾਏ, ਅੱਜ ਕੱਲ੍ਹ OLX ਦਾ ਦੌਰ ਹੈ, ਲੋਕ ਮੋਸਟਲੀ ਗੱਡੀਆਂ ਉਹ OLX 'ਤੇ ਲਾ ਦਿੰਦੇ ਨੇ ਵੇਚਣ ਵਾਸਤੇ। ਅਤੇ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਣਾ ਘਰ ਛੱਡ ਕੇ, ਆਪਣਾ ਠੀਆ ਛੱਡ ਕੇ ਕਦੀ ਕਿਸੇ ਦੇ ਕੋਲ ਨਹੀਂ ਜਾਣਾ। ਜਦੋਂ ਤੁਹਾਨੂੰ ਕੋਈ ਆਪਣੇ ਘਰ ਬੁਲਾ ਰਿਹਾ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਨਾਲ ਫਰਾਡ ਹੋਣਾ, ਠੀਕ ਹੈ ਜੀ। ਜਿਹਨੇ ਚੀਜ਼ ਲੈਣੀ ਹੋਵੇਗੀ, ਉਹ ਚਾਹੇ ਤੁਹਾਡੀ ਗੱਡੀ ਹੈ, ਚਾਹੇ ਕੋਈ ਚੀਜ਼ ਹੈ, ਚਾਹੇ ਘਰ ਹੈ, ਉਹ ਤੁਹਾਡੇ ਕੋਲ ਆਏਗਾ, ਤੁਹਾਡੇ ਨਾਲ ਆ ਕੇ ਬਹਿ ਕੇ ਮਾਮਲਾਤ ਤੈਅ ਕਰੇਗਾ। ਅਤੇ ਉਹਦੇ ਵਿੱਚ ਕੋਈ ਪ੍ਰਾਪਰਟੀ ਡੀਲਰ ਜਾਂ ਦੂਸਰਾ ਤੀਸਰਾ ਮੋਹਤਬਰ ਬੰਦਾ ਪਾ ਲਓ ਜਿਹੜਾ ਜ਼ਿੰਮੇਦਾਰ ਹੋਵੇ ਇਸ ਚੀਜ਼ ਦਾ। ਕਦੀ ਵੀ ਇਕੱਲਿਆਂ ਇਸ ਲਾਲਚ 'ਚ ਨਹੀਂ ਪੈਣਾ ਕਿ ਯਾਰ ਸਾਡੀ ਕਮਿਸ਼ਨ ਬਚ ਜਾਏਗੀ ਅਤੇ ਅਸੀਂ ਡਾਇਰੈਕਟ ਜਾ ਕੇ ਅਤੇ ਮਾਮਲਾ ਹੱਲ ਕਰ ਲਈਏ। ਮੋਸਟਲੀ ਇਸ ਤਰ੍ਹਾਂ ਫਰਾਡ ਹੋ ਜਾਂਦੇ ਨੇ। ਅਤੇ ਦੋਸਤੋ ਗੱਲ ਪਸੰਦ ਆਈ ਹੋਏ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜਿਹੜੇ ਦੋਸਤ ਮੇਰੇ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰੋ, ਚੈਨਲ 'ਚ ਸ਼ਾਮਿਲ ਹੋ ਜਾਓ। ਅਤੇ ਕੱਲ੍ਹ ਬਸ਼ਰਤੇ ਜ਼ਿੰਦਗੀ ਫਿਰ ਇੱਕ ਨਵੀਂ ਵੀਡੀਓ ਨਾਲ, ਨਵੀਂ ਗੱਲ ਨਾਲ ਹਾਜ਼ਰ ਖਿਦਮਤ ਹੋਵਾਂਗਾ। ਕੱਲ੍ਹ ਤੱਕ ਇਜਾਜ਼ਤ, ਅੱਲਾ ਹਾਫਿਜ਼।